आज़ादी का अमृत महोत्सव ਨੂੰ ਸਮਰਪਿਤ आज़ादी का सफ़र ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪ੍ਰਮੰਨੇ ਅਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਭਾਰਤੀ ਸੁਤੰਤਰਤਾ ਸੰਗਰਾਮ ਦੇ ਮਣੀਰਾਮ ਦੀਵਾਨ, ਪਿਆਲੀ ਬਰੂਆ, ਨਰਮਦਾ ਸ਼ੰਕਰ ਦਵੇ, ਇਬਰਾਹਿਮ ਖਾਨ ਅਤੇ ਨਰਿੰਦਰ ਲਾਲ ਅਧਿਕਾਰੀ ਬਾਰੇ ਜਾਣਕਾਰੀ ਦੇ ਰਹੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਅਸਮ ਦੇ ਸੁਤੰਤਰਤਾ ਸੈਨਾਨੀਆਂ ਮਨੀਰਾਮ ਦੀਵਾਨ ਅਤੇ ਪਿਆਲੀ ਬਰੂਆ ਨੂੰ ਯਾਦ ਕਰ ਰਹੇ ਹਾਂ, ਜੋ 1858 ਵਿੱਚ 26 ਫਰਵਰੀ ਨੂੰ ਸ਼ਹੀਦ ਹੋਏ ਸਨ। ਇਹਨਾਂ ਦੋਨਾਂ ਨੇ ਆਜ਼ਾਦ ਅਸਮ ਲਈ ਬਰਤਾਨਵੀ ਸ਼ਾਸਕਾਂ ਦੇ ਖਿਲਾਫ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਸੀ। ਮਨੀਰਾਮ ਅਸਮੀ ਰਾਜਾਂ ਨੂੰ ਫਿਰ ਤੋਂ ਸੱਤਾ ਵਿੱਚ ਲਿਆਉਣ ਲਈ ਪ੍ਰਤੀਬੱਧ ਸਨ। ਉਹਨਾਂ ਨੇ ਬਰਤਾਨਵੀ ਰਾਜ ਅਤੇ ਬਰਮਾ ਦਰਮਿਆਨ 1826 ਵਿੱਚ ਹੋਈ ਯਾਨ ਦਾਵੋ ਸੰਧੀ ਦਾ ਪੂਰੀ ਦ੍ਰਿੜਤਾ ਨਾਲ ਵਿਰੋਧ ਕੀਤਾ। ਉਹਨਾਂ ਨੇ ਅਸਮ ਦੇ ਨੌਜਵਾਨਾਂ ਨੂੰ ਬਰਤਾਨਵੀ ਸ਼ਾਸਨ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਅਤੇ ਇਸ ਲਈ ਕ੍ਰਾਂਤੀਕਾਰੀਆਂ ਦਾ ਇੱਕ ਸਮੂਹ ਗਠਿਤ ਕੀਤਾ। ਪਿਆਲੀ ਬਰੂਆ ਵੀ ਮਨੀਰਾਮ ਦੇ ਨਾਲ ਆ ਗਏ ਅਤੇ ਦੋਨਾਂ ਨੇ 1857 ਦੀ ਪਹਿਲੀ ਲੜਾਈ ਦੌਰਾਨ ਅੰਗਰੇਜ਼ਾਂ ਦੇ ਖਿਲਾਫ ਵਿਦਰੋਹ ਦੀ ਰੂਪ ਰੇਖਾ ਤਿਆਰ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ। ਜਿੱਥੇ ਮਨੀਰਾਮ ਨੇ ਕੋਲਕਾਤਾ ਤੋਂ ਕ੍ਰਾਂਤੀ ਦਾ ਮਾਰਗਦਰਸ਼ਨ ਕੀਤਾ, ਤਾਂ ਉੱਥੇ ਹੀ ਪਿਆਲੀ ਨੇ ਅਸਮ ਵਿੱਚ ਚੀਫ ਲੈਫਟੀਨੈਂਟ ਦੇ ਰੂਪ ਵਿੱਚ ਇਹਨਾਂ ਯੋਜਨਾਵਾਂ ਨੂੰ ਲਾਗੂ ਕੀਤਾ। ਮਨੀਰਾਮ ਨੇ 1857 ਦੀ ਪਹਿਲੀ ਲੜਾਈ ਨੂੰ ਅਸਮ ਵਿੱਚ ਅਹੋਮ ਸ਼ਾਸਨ ਬਹਾਲ ਕਰਨ ਲਈ ਇੱਕ ਮੌਕੇ ਦੇ ਰੂਪ ਵਿੱਚ ਦੇਖਿਆ। ਉਹਨਾਂ ਨੇ ਕੋਲਕਾਤਾ ਤੋਂ ਪਿਆਲੀ ਬਰੂਹਾ ਨੂੰ ਸੰਕੇਤਕ ਭਾਸ਼ਾ ਵਿੱਚ ਚਿੱਠੀਆਂ ਲਿਖੀਆਂ। ਆਪਣੀਆਂ ਚਿੱਠੀਆਂ ਵਿੱਚ ਉਹਨਾਂ ਨੇ ਉੱਤਰ ਅਧਿਕਾਰੀ ਯੁਵਰਾਜ ਕੰਦਾਰ ਪੇਸ਼ਵਾਰ ਨੂੰ ਗੋਲਾਘਾਟ ਅਤੇ ਦਿਬੜੂਗੜ੍ਹ ਵਿੱਚ ਸਿਪਾਹੀਆਂ ਦੀ ਮਦਦ ਨਾਲ ਅੰਗਰੇਜ਼ਾਂ ਦਾ ਮੁਕਾਬਲਾ ਕਰਨ ਦੀ ਬੇਨਤੀ ਕੀਤੀ। ਯੋਜਨਾ ਦੇ ਅਨੁਸਾਰ ਦੁਰਗਾ ਪੂਜਾ ਵਾਲੇ ਦਿਨ ਜ਼ੋਰਹਾਟ ਵੱਲ ਮਾਰਚ ਕਰਨਾ ਸੀ, ਜਿੱਥੇ ਕੰਦਾਰ ਪੇਸ਼ਵਾਰ ਨੂੰ ਰਾਜਾ ਦੇ ਰੂਪ ਵਿੱਚ ਨਿਯੁਕਤ ਕੀਤਾ ਜਾਣਾ ਸੀ। ਲੇਕਿਨ ਉਹਨਾਂ ਦੀ ਇੱਕ ਗੁਪਤ ਬੈਠਕ ਤੋਂ ਠੀਕ ਪਹਿਲਾਂ ਇਸ ਯੋਜਨਾ ਦਾ ਅੰਗਰੇਜ਼ੀ ਹਕੂਮਤ ਨੂੰ ਪਤਾ ਲੱਗ ਗਿਆ। ਮਨੀਰਾਮ ਦੀਵਾਨ ਨੂੰ ਕੋਲਕਾਤਾ ਵਿੱਚ ਅਤੇ ਪਿਆਲੀ ਬਰੂਹਾ ਨੂੰ ਜੋਰਹਾਟ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਦੋਨਾਂ ਤੇ ਦੇਸ਼ ਦਰੋਹ ਦਾ ਦੋਸ਼ ਲਗਾਇਆ ਗਿਆ। 26 ਫਰਵਰੀ 1858 ਨੂੰ ਬਰਤਾਨਵੀ ਸ਼ਾਸਨ ਨੇ ਦੋਨਾਂ ਨੂੰ ਜੋਰਹਾਟ ਵਿੱਚ ਸ਼ਰੇਆਮ ਫਾਂਸੀ ਤੇ ਚੜ੍ਹਾ ਦਿੱਤਾ। ਲੋਕਾਂ ਦੇ ਦਿਲਾਂ ਵਿੱਚ ਵਿਦਰੋਹ ਦੀ ਚਿੰਗਿਆੜੀ ਭੜਕਾ ਕੇ ਕ੍ਰਾਂਤੀ ਦੀ ਇਹ ਮਸ਼ਾਲ ਖਾਮੋਸ਼ ਹੋ ਗਈ। ਹਰੇਕ ਵਰੇ 26 ਫਰਵਰੀ ਨੂੰ ਪੂਰਾ ਰਾਜ ਸੁਤੰਤਰਤਾ ਸੰਗਰਾਮ ਦੇ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਏ। ਇਹਨਾਂ ਮਹਾਨ ਨਿਡਰ ਸੈਨਾਨੀਆਂ ਨੂੰ ਸਾਡਾ ਕੋਟ-ਕੋਟ ਨਮਨ। आज पापुनी पुण्य भूमि पर उग्यो स्वर्ण प्रभात। ਅੱਜ ਅਸੀਂ ਗੁਜਰਾਤੀ ਲੇਖਕ ਨਰਮਦਾ ਸ਼ੰਕਰ ਦਵੇ ਨੂੰ ਵੀ ਯਾਦ ਕਰਦੇ ਹਾਂ। ਉਹ ਨਰਮਦ ਨਾਂ ਨਾਲ ਹਰਮਨ ਪਿਆਰੇ ਸਨ। 1886 ਵਿੱਚ 26 ਫਰਵਰੀ ਨੂੰ ਉਹਨਾਂ ਦਾ ਦੇਹਾਂਤ ਹੋਇਆ ਸੀ। ਨਰਮਦ ਨੇ ਸਾਹੂ ਚਲੋ ਜਿਤਵਾ ਜੰਗ ਅਤੇ ਜੈ ਜੈ ਗਰਾਵੀ ਗੁਜਰਾਤ ਜਿਹੇ ਆਪਣੇ ਪ੍ਰਸਿੱਧ ਗੀਤਾਂ ਨਾਲ ਰਾਸ਼ਟਰਵਾਦ ਅਤੇ ਦੇਸ਼ ਭਗਤੀ ਦਾ ਸੰਚਾਰ ਕੀਤਾ। ਜੈ ਜੈ ਗਰਾਵੀ ਗੁਜਰਾਤ ਰਾਜਗਾਨ ਵੀ ਹੈ। ਇਸ ਗੀਤ ਵਿੱਚ ਉਹਨਾਂ ਨੇ ਗੁਜਰਾਤ ਦੀ ਪਛਾਣ ਘੜਨ ਵਾਲੇ ਸਾਰੇ ਸੱਭਿਆਚਾਰਕ ਪ੍ਰਤੀਕਾਂ ਦਾ ਗੌਰਵ ਗਾਨ ਕੀਤਾ ਹੈ। ਇਹ ਪ੍ਰਤੀਕ ਗੁਜਰਾਤ ਵਿੱਚ ਰਹਿਣ ਵਾਲੇ ਸਾਰੀਆਂ ਜਾਤਾਂ, ਭਾਈਚਾਰਿਆਂ, ਵਰਗਾਂ, ਧਰਮ ਅਤੇ ਸੰਪਰਦਾਵਾਂ ਨਾਲ ਜੁੜੇ ਹਨ। ਗਾਂਧੀ ਜੀ ਨੇ ਵੀ ਨਰਮਦ ਦੇ ਅਹਿੰਸਾ ਦਰਸ਼ਨ ਦੀ ਸ਼ਲਾਘਾ ਕੀਤੀ ਹੈ। ਨਰਮਦ ਨੂੰ ਗੁਜਰਾਤੀ ਗੱਦ ਦਾ ਜਨਕ ਮੰਨਿਆ ਜਾਂਦਾ ਹੈ। ਉਹਨਾਂ ਨੇ ਗੁਜਰਾਤੀ ਵਿੱਚ ਲਿਖਣੀ ਦੇ ਅਨੇਕਾਂ ਸਰੂਪਾਂ ਦੀ ਸ਼ੁਰੂਆਤ ਕੀਤੀ। ਉਹ ਕੇਵਲ ਕਲਪਨਾ ਅਤੇ ਸਾਹਿਤ ਜਗਤ ਤੱਕ ਹੀ ਸੀਮਿਤ ਨਹੀਂ ਸਨ, ਬਲਕਿ ਸਮਾਜ ਸੁਧਾਰਾਂ ਲਈ ਵੀ ਸਮਰਪਿਤ ਸਨ। ਉਹਨਾਂ ਨੇ ਅੰਧ ਵਿਸ਼ਵਾਸਾਂ ਦਾ ਵਿਰੋਧ ਕੀਤਾ ਅਤੇ ਵਿਧਵਾ ਵਿਆਹ ਦੀ ਪੁਰਜ਼ੋਰ ਵਕਾਲਤ ਕੀਤੀ। ਉਹਨਾਂ ਨੇ ਆਪਣੇ ਜੀਵਨ ਵਿੱਚ ਵੀ ਇਸ ਨੂੰ ਅਪਣਾਇਆ ਅਤੇ ਉਦਾਹਰਨ ਸਾਹਮਣੇ ਰੱਖੀ ਕਿ ਉਹ ਜੋ ਕਹਿੰਦੇ ਹਨ ਉਹ ਕਰਦੇ ਵੀ ਹਨ। ਨਰਮਦ ਧਾਰਮਿਕ ਹਿੰਸਾ ਅਤੇ ਕੱਟੜਵਾਦ ਦੇ ਸਖਤ ਵਿਰੋਧੀ ਸਨ। ਇਸ ਮਹਾਨ ਦੇਸ਼ ਭਗਤ ਕਵੀ ਨੂੰ ਸਾਡਾ ਭਾਵ-ਭਿੰਨਾ ਨਮਨ। ਅੱਜ ਅਸੀਂ ਸ਼ਹੀਦ ਇਬਰਾਹਿਮ ਖਾਨ ਨੂੰ ਵੀ ਯਾਦ ਕਰ ਰਹੇ ਹਾਂ, ਜਿਨ੍ਹਾਂ ਨੂੰ ਬਰਤਾਨਵੀ ਸ਼ਾਸਨ ਨੇ 26 ਫਰਵਰੀ 1857 ਨੂੰ ਫਾਂਸੀ ਦਿੱਤੀ ਸੀ। ਮਾਲਵਾ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਖਾਨ ਸ਼ੁਰੂ ਵਿੱਚ ਈਸਟ ਇੰਡੀਆ ਕੰਪਨੀ ਵਿੱਚ ਸਿਪਾਹੀ ਸਨ।
ਲੇਕਿਨ 1857 ਦੀ ਪਹਿਲੀ ਆਜ਼ਾਦੀ ਦੀ ਲੜਾਈ ਵਿੱਚ ਉਹ ਸੁਤੰਤਰਤਾ ਸੈਨਾਨੀਆਂ ਦੇ ਨਾਲ ਆ ਗਏ। ਬਰਤਾਨਵੀ ਸੈਨਿਕਾਂ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ 26 ਫਰਵਰੀ 1857 ਨੂੰ ਫਾਂਸੀ ਤੇ ਲਟਕਾ ਦਿੱਤਾ। ਮਿੱਟੀ ਦੇ ਇਸ ਮਹਾਨ ਸਪੂਤ ਨੂੰ ਸਾਡਾ ਨਮਨ। 26 ਫਰਵਰੀ ਨੂੰ ਕ੍ਰਾਂਤੀਕਾਰੀ ਸੁਤੰਤਰਤਾ ਸੈਨਾਨੀ ਨਰਿੰਦਰ ਲਾਲ ਅਧਿਕਾਰੀ ਦੀ ਵੀ ਬਰਸੀ ਏ। 1936 ਵਿੱਚ 26 ਫਰਵਰੀ ਨੂੰ ਉਹਨਾਂ ਦਾ ਦੇਹਾਂਤ ਹੋਇਆ ਸੀ। ਯੁਗਾਂਤਰ ਪਾਰਟੀ ਦੇ ਮੈਂਬਰ ਨਰਿੰਦਰ ਨੂੰ ਉਹਨਾਂ ਦੀਆਂ ਕ੍ਰਾਂਤੀਕਾਰੀ ਗਤੀਵਿਧੀਆਂ ਕਾਰਨ 23 ਮਈ 1934 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਢਾਕਾ ਸੈਂਟਰਲ ਜੇਲ੍ਹ ਵਿੱਚ ਰੱਖਿਆ ਗਿਆ। 9 ਅਕਤੂਬਰ 1934 ਨੂੰ ਹਿਜਲੀ ਕੈਂਪ ਵਿੱਚ ਤਬਦੀਲ ਕੀਤਾ ਗਿਆ, ਜਿੱਥੇ ਉਹਨਾਂ ਦੀ ਮੌਤ ਹੋ ਗਈ। ਇਸ ਮਹਾਨ ਸੈਨਾਨੀ ਨੂੰ ਸਾਡਾ ਨਮਨ।